ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਸਤਿਗੁਰੂ ਜੀ ਦੇ ਦਰ ਤੇ ਜੁੜ ਕੇ ਵਾਹਿਗੁਰੂ ਨਾਲ ਸਾਂਝ ਪਾਉਣ ਦਾ ਨਿਮਾਣਾ ਲਿਆ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਜੀ ਰਹਿਮਤ ਕਰਦਿਆਂ ਸਮਝਾਉਂਦੇ ਨੇ ਕਿ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਇਸ ਸੰਸਾਰ ਦੀ ਰੰਗ ਰੌਣਕ, ਇਸ ਸੰਸਾਰ ਦੀ ਚਕਾਚੌਂਧ ਰੰਗ ਤਮਾਸ਼ੇ, ਇਹਨਾਂ ਨੂੰ ਹੀ ਵੇਖਣ, ਜਾਣਨ, ਚੱਖਣ ਵਿੱਚ ਆਪਣਾ ਜੀਵਨ ਗੁਜ਼ਾਰਿਆ ਹੈ। ਇਸ ਸੰਸਾਰ ਦੇ ਵਿੱਚ, ਇਹਦੀ ਰੰਗ ਰੌਣਕ ਦੇ ਵਿੱਚ, ਚਕਾਚੌਂਧ ਦੇ ਵਿੱਚ ਬੰਦਾ ਐਸਾ ਲੱਗਿਆ ਹੋਇਆ ਹੈ, ਐਸਾ ਇਹਦੇ ਵਿੱਚ ਰਸ ਲੈ ਰਿਹਾ ਹੈ ਕਿ ਜਿਵੇਂ ਇਹਨਾਂ ਚੀਜ਼ਾਂ ਤੋਂ ਬਿਨਾਂ ਹੋਰ ਕੁਝ ਹੋਵੇ ਹੀ ਨਾ। ਸਾਡੀ ਇਹ ਦੁਨੀਆ, ਸਾਡਾ ਇਹ ਸੰਸਾਰ ਬੜਾ ਮਨ ਨੂੰ ਲੁਭਾਉਂਦਾ ਹੈ। ਇਸ ਸੰਸਾਰ ਦੇ ਵਿੱਚ ਜੋ ਇਹ ਚਮਕ ਦਮਕ ਦੀਆਂ ਚੀਜ਼ਾਂ ਬੜਾ ਆਕਰਸ਼ਿਤ ਕਰਦੀਆਂ, ਬੜਾ ਮਨ ਨੂੰ ਆਪਣੇ ਤਰਫ ਨੂੰ ਖਿੱਚਦੀਆਂ, ਤੇ ਬੰਦਾ ਇਹਨਾਂ ਵੱਲ ਖਿੱਚਿਆ ਚਲਾ ਜਾਂਦਾ ਹੈ। ਤੇ ਐਸਾ ਹੀ ਹੋ ਰਿਹਾ ਹੈ ਸਭ ਦੁਨੀਆ ਦੇ ਵਿੱਚ, ਇਸ ਸੰਸਾਰ ਵਿੱਚ ਐਸਾ ਹੀ ਹੈ। ਹਰ ਕੋਈ ਇੱਕ ਦੁਕਾਨਦਾਰ ਦੀ ਤਰ੍ਹਾਂ, ਇੱਕ ਸਟੋਰ ਦੀ ਤਰ੍ਹਾਂ, ਜਿਵੇਂ ਸਟੋਰ ਦੇ ਵਿੱਚ ਹੁੰਦਾ ਹੈ ਜਾਂ ਦੁਕਾਨਾਂ ਤੇ ਹੁੰਦਾ ਹੈ ਕਿ ਕਿਵੇਂ ਗ੍ਰਾਹਕ ਨੂੰ ਆਕਰਸ਼ਿਤ ਕਰਨਾ ਹੈ। ਲਗਭਗ ਹਰ ਬੰਦਾ, ਹਰ ਦੁਨੀਆ ਕੁਛ ਇਸ ਤਰ੍ਹਾਂ ਹੀ ਬਣ ਬੈਠੀ ਹੈ ਕਿ ਦੂਸਰੇ ਨੂੰ ਆਕਰਸ਼ਿਤ ਕਰੋ ਆਪਣੇ ਤਰਫ ਨੂੰ, ਆਪਣੇ ਪਹਿਰਾਵੇ ਰਾਹੀਂ, ਆਪਣੇ ਰੂਪ ਰਾਹੀਂ, ਆਪਣੀਆਂ ਗੱਲਾਂ ਰਾਹੀਂ, ਆਪਣੀ ਬੋਲਚਾਲ ਰਾਹੀਂ, ਕਿ ਦੂਸਰਾ ਪ੍ਰਭਾਵਿਤ ਹੋ ਜਾਏ, ਦੂਸਰਾ ਆਕਰਸ਼ਿਤ ਹੋ ਜਾਏ ਤੇ ਮੈਨੂੰ ਚੰਗਾ ਸਮਝ ਲਵੇ। ਜਿਵੇਂ ਦੁਕਾਨਦਾਰ ਚਾਹੁੰਦਾ ਹੈ ਕਿ ਦੂਸਰਾ ਮੈਨੂੰ ਚੰਗਾ ਸਮਝ ਲਵੇ, ਕਿ ਮੇਰੇ ਕੋਲ ਵਧੀਆ ਸਮਾਨ ਹੈ ਤੇ ਮੇਰੇ ਦੁਕਾਨ ਦੇ ਬਾਹਰ ਟੰਗੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਮੇਰੇ ਕੋਲ ਆ ਜਾਵੇ ਖਰੀਦਣ। ਕੁਝ ਐਸੀ ਹੀ ਬਿਰਤੀ ਅੱਜ ਦੇ ਸਮੇਂ ਵਿੱਚ ਬੰਦੇ ਦੀ ਹੋਈ ਪਈ ਹੈ। ਕੁਝ ਐਸਾ ਹੀ ਸੁਭਾਅ ਬਣਿਆ ਹੋਇਆ ਹੈ ਕਿ ਦੂਸਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਕਰਸ਼ਿਤ ਕਰ ਲਵਾਂ, ਆਪਣੇ ਵੱਲ ਨੂੰ ਪ੍ਰਭਾਵਿਤ ਕਰ ਲਵਾਂ, ਆਪਣੇ ਨਾਲ ਜੋੜ ਲਵਾਂ ਕਿ ਮੈਂ ਬਹੁਤ ਚੰਗਾ ਆਦਮੀ ਹਾਂ, ਮੈਂ ਬਹੁਤ ਨੇਕ ਹਾਂ, ਮੈਂ ਬੜਾ ਧਰਮੀ ਹਾਂ। ਸਤਿਗੁਰੂ ਕਹਿੰਦੇ ਬੰਦਾ ਚੀਜ਼ਾਂ ਵੱਲ ਨੂੰ ਖਿੱਚਿਆ ਜਾ ਰਿਹਾ ਹੈ, ਉਹਨਾਂ ਦੇ ਰਸ ਵਿੱਚ, ਉਹਨਾਂ ਦੇ ਸਵਾਦ ਵਿੱਚ ਐਸਾ ਲੱਗਿਆ ਹੋਇਆ ਹੈ ਕਿ ਉਸ ਨੂੰ ਲੱਗਦਾ ਹੈ ਕਿ ਇਸ ਰਸ ਤੋਂ ਬਿਨਾਂ, ਇਸ ਸਵਾਦ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਸ ਲਈ ਉਹ ਇੱਕੋ ਚੀਜ਼ ਨੂੰ ਬਾਰ-ਬਾਰ ਕਰਦਾ ਰਹਿੰਦਾ ਹੈ, ਇੱਕੋ ਚੀਜ਼ ਨੂੰ, ਉਸੇ ਨੂੰ ਬਾਰ-ਬਾਰ ਰਿਪੀਟ ਕਰਦਾ ਰਹਿੰਦਾ, ਬਾਰ-ਬਾਰ। ਹੈਰਾਨੀ ਇਸ ਗੱਲ ਦੀ ਹੈ ਕਿ ਲੋਕ ਚੀਜ਼ਾਂ ਤੋਂ ਕਈ ਵਾਰੀ ਅੱਕ ਜਾਂਦੇ ਨੇ। ਜਿਵੇਂ ਕੋਈ ਬੰਦਾ ਮਿੱਠਾ ਖਾ ਖਾ ਕੇ ਅੱਕ ਜਾਂਦਾ ਹੈ ਕਿ ਨਹੀਂ ਹੁਣ ਕੁਛ ਹੋਰ ਨਮਕੀਨ, ਕੁਛ ਚਟਪਟਾ ਲੈ ਕੇ ਆਓ। ਪਰ ਮਾਇਆ ਦੇ ਸੰਬੰਧ ਵਿੱਚ ਐਸਾ ਨਹੀਂ ਹੈ। ਮਾਇਆ ਦੇ ਸੰਬੰਧ ਵਿੱਚ ਖੇਲ ਉਲਟੀ ਹੈ। ਇੱਥੇ ਉਹ ਚਾਹੁੰਦਾ ਹੈ ਕਿ ਬਸ ਇਹੀ, ਕਿ ਜਿੰਨੀ ਇਕੱਠੀ ਹੋ ਜਾਏ ਉਨੀ ਥੋੜੀ। ਇੱਥੇ ਉਹ ਕਦੇ ਵੀ ਨਹੀਂ ਕਹਿੰਦਾ ਕਿ ਬਸ ਭਾਈ ਹੁਣ ਨਹੀਂ, ਬਹੁਤ ਹੋ ਗਿਆ, ਬੜਾ ਭੱਜ ਲਿਆ ਮਾਇਆ ਮਗਰ, ਬੜਾ ਇਹਦਾ ਸਵਾਦ ਲੈ ਲਿਆ ਕਿ ਹੁਣ ਨਹੀਂ। ਪਰ ਨਹੀਂ, ਕਦੇ ਵੀ ਜ਼ੁਬਾਨ ਦੇ ਉੱਤੇ ਬੰਦੇ ਦੇ ਨਹੀਂ ਸ਼ਬਦ ਨਹੀਂ ਆਉਂਦਾ।
ਕਦੇ ਵੀ ਉਹ ਕਹਿੰਦਾ ਨਹੀਂ ਕਿ ਬਸ ਬਹੁਤ ਭੋਗ ਲੈ ਪਦਾਰਥ, ਨਾ। ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਮਰਨ ਕਿਨਾਰੇ ਬੰਦਾ ਪਿਆ ਹੁੰਦਾ, ਪਰ ਫਿਰ ਵੀ ਉਹਦੀ ਜ਼ੁਬਾਨ ਤੋਂ ਨਾ ਸ਼ਬਦ ਨਹੀਂ ਸੁਣੋਗੇ ਤੁਸੀਂ ਮਾਇਆ ਦੇ ਲਈ। ਫਿਰ ਵੀ ਉਹ ਇਹੀ ਕਹੇਗਾ ਕਿ ਆਉਣ ਦਿਓ ਜੋ ਆਉਂਦਾ ਹੈ। ਇਸ ਨੂੰ ਸਤਿਗੁਰੂ ਨੇ ਤ੍ਰਿਸ਼ਨਾ ਕਿਹਾ ਕਿ ਇਹ ਤ੍ਰਿਸ਼ਨਾ ਨਹੀਂ ਬੰਦੇ ਦੀ ਮਿਟਦੀ। ਬੰਦਾ ਇਹਦੇ ਵੱਲੋਂ ਅੱਕਦਾ ਹੀ ਨਹੀਂ, ਥੱਕਦਾ ਹੀ ਨਹੀਂ। ਸਰੀਰ ਅੱਕ ਗਿਆ, ਥੱਕ ਗਿਆ, ਸਰੀਰ ਕਮਜ਼ੋਰ ਹੋ ਗਿਆ। ਸਰੀਰ ਹੁਣ ਪਹਿਲਾਂ ਜਿੰਨੀ ਦੌੜ ਨਹੀਂ ਕਰ ਸਕਦਾ ਜਿਵੇਂ ਜਵਾਨੀ ਵਿੱਚ ਕਰਦਾ ਸੀ ਮਾਇਆ ਦੇ ਮਗਰ, ਪਰ ਮਨ ਦੀ ਦੌੜ ਉਵੇਂ ਦੀ ਉਵੇਂ ਹੀ ਹੈ ਜਾਰੀ ਜਿਵੇਂ ਪਹਿਲਾਂ ਸੀ। ਮਨ ਜਿਵੇਂ ਪਹਿਲਾਂ ਰੂਪ ਵੱਲ ਆਕਰਸ਼ਿਤ ਹੁੰਦਾ ਸੀ, ਮਨ ਅੱਜ ਵੀ ਉਵੇਂ ਆਕਰਸ਼ਿਤ ਹੁੰਦਾ ਹੈ। ਜਿਵੇਂ ਮਨ ਪਹਿਲਾਂ ਚੀਜ਼ਾਂ ਦੇ ਮਗਰ ਦੌੜਦਾ ਸੀ, ਮਨ ਬੁਢਾਪੇ ਵਿੱਚ ਵੀ ਓਨਾ ਹੀ ਦੌੜਦਾ ਹੈ। ਬਸ ਫਰਕ ਸਿਰਫ ਇੰਨਾ ਹੈ ਕਿ ਹੁਣ ਸਰੀਰ ਵਿੱਚ ਉਹ ਜ਼ੋਰ, ਉਹ ਤਾਕਤ ਨਹੀਂ ਰਹੀ। ਸਤਿਗੁਰੂ ਕਹਿੰਦੇ ਸਭ ਰਸ, ਸਭ ਪਦਾਰਥਾਂ ਦੇ ਭੋਗ ਭੋਗ ਕੇ ਵੇਖ ਲੈ, ਪਰ ਬੰਦਾ ਫਿਰ ਵੀ ਉਹਦੇ ਵਿੱਚ ਉਲਝਿਆ ਹੋਇਆ, ਫਿਰ ਵੀ ਉਹਦੇ ਵਿੱਚ ਗਲਤਾਨ। ਹਾਸਲ ਕੁਝ ਵੀ ਨਹੀਂ ਹੋਇਆ, ਪਰ ਫਿਰ ਵੀ ਉਹਦੇ ਵਿੱਚੋਂ ਨਿਕਲਦਾ ਨਹੀਂ, ਫਿਰ ਵੀ ਉਹਨੂੰ ਛੱਡਣ ਲਈ ਤਿਆਰ ਨਹੀਂ। ਜਿਹੜੀ ਚੀਜ਼ ਅਸੀਂ ਕਈ ਵਾਰੀ ਕਰਕੇ ਵੇਖ ਲਈ, ਉਹਦੇ ਵਿੱਚੋਂ ਕੁਝ ਨਾ ਮਿਲਿਆ ਹੋਵੇ ਤਾਂ ਉਸ ਨੂੰ ਤਿਆਗ ਦੇਣਾ ਚੰਗਾ ਹੈ, ਪਰ ਬੰਦਾ ਤਿਆਗਦਾ ਨਹੀਂ। ਉਹ ਇਹ ਸੋਚ ਲੈਂਦਾ ਕਿ ਸ਼ਾਇਦ ਥੋੜਾ ਹੈ, ਇਸ ਕਰਕੇ ਸੁੱਖ ਨਹੀਂ ਮਿਲ ਰਿਹਾ। ਵੱਧ ਹੋਵੇਗਾ ਤਾਂ ਰਸ ਆਵੇਗਾ, ਤਾਂ ਸਵਾਦ ਆਵੇਗਾ। ਘਰ ਛੋਟਾ ਹੈ, ਜੇ ਥੋੜਾ ਵੱਡਾ ਹੁੰਦਾ ਨਾ ਤਾਂ ਫਿਰ ਬੜਾ ਮਜ਼ਾ ਆਉਣਾ ਸੀ। ਵੱਡਾ ਵੀ ਹੋ ਜਾਂਦਾ ਹੈ ਪਰ ਫਿਰ ਵੀ ਸੁੱਖ ਨਹੀਂ ਆਉਂਦਾ, ਫਿਰ ਵੀ ਰਸ ਨਹੀਂ ਆਉਂਦਾ, ਕਿਉਂਕਿ ਰਸ ਚੀਜ਼ਾਂ ਵਿੱਚ ਹੈ ਹੀ ਨਹੀਂ। ਜੇ ਚੀਜ਼ਾਂ ਵਿੱਚ ਰਸ ਹੁੰਦਾ ਤਾਂ ਫਿਰ ਜਿਹੜੇ ਇਸ ਦੁਨੀਆ ਦੇ ਵਿੱਚ ਬੜੇ ਬੜੇ ਅਮੀਰ ਲੋਕ ਹੋ ਗੁਜ਼ਰੇ ਤਾਂ ਉਹ ਸੁਖੀ ਕਿਉਂ ਨਾ ਹੋ ਜਾਂਦੇ? ਉਹਨਾਂ ਨੂੰ ਆਨੰਦ ਕਿਉਂ ਨਾ ਮਿਲਦਾ? ਨਹੀਂ ਮਿਲਿਆ, ਕਿਉਂਕਿ ਚੀਜ਼ਾਂ ਵਿੱਚ ਰਸ ਹੈ ਹੀ ਨਹੀਂ। ਚੀਜ਼ਾਂ ਵਿੱਚ ਕਦੇ ਰਸ ਹੁੰਦਾ ਹੀ ਨਹੀਂ। ਤੁਸੀਂ ਕਦੇ ਉਸ ਕੁੱਤੇ ਵੱਲ ਵੇਖੋ ਕਿ ਜਿਸ ਦੇ ਮੂੰਹ ਦੇ ਵਿੱਚ ਹੱਡੀ ਹੈ, ਉਹ ਹੱਡੀ ਨੂੰ ਚਰੋਂਡਦਾ ਰਹਿੰਦਾ ਸਾਰਾ ਦਿਨ। ਹੁਣ ਹੱਡੀ ਦੇ ਵਿੱਚ ਕੀ ਹੈ? ਹੱਡੀ ਵਿੱਚ ਕੁਝ ਵੀ ਨਹੀਂ ਹੈ, ਸਿਰਫ ਹੱਡੀ ਹੈ ਬਸ, ਹੋਰ ਕੁਝ ਨਹੀਂ। ਨਾ ਉਹਨੂੰ ਮਾਸ ਲੱਗਾ ਹੈ, ਨਾ ਕੁਝ ਹੋਰ, ਪਰ ਉਹ ਫਿਰ ਵੀ ਉਸ ਹੱਡੀ ਨੂੰ ਛੱਡਦਾ ਨਹੀਂ। ਹੱਡੀ ਵਿੱਚ ਐਸਾ ਕੀ ਰਸ ਹੈ? ਕੁਝ ਵੀ ਨਹੀਂ ਹੈ। ਜਦੋਂ ਉਹ ਬਾਰ-ਬਾਰ ਹੱਡੀ ਨੂੰ ਚੱਬਦਾ ਰਹਿੰਦਾ ਹੈ, ਉਹਦੇ ਆਪਣੇ ਹੀ ਮਸੂੜਿਆਂ ਵਿੱਚੋਂ ਖੂਨ ਰਿਸਣ ਲੱਗ ਪੈਂਦਾ, ਉਹਦੇ ਆਪਣੇ ਹੀ ਮੂੰਹ ਦੇ ਵਿੱਚੋਂ ਖੂਨ ਨਿਕਲਦਾ ਹੈ। ਹੱਡੀ ਉਹਦੇ ਮੂੰਹ ਵਿੱਚ ਹੁੰਦੀ ਹੈ, ਉਸ ਨੂੰ ਲੱਗਦਾ ਕਿ ਹੱਡੀ ਵਿੱਚੋਂ ਸਵਾਦ ਆ ਰਿਹਾ ਹੈ, ਜਦ ਕਿ ਹੱਡੀ ਦੇ ਵਿੱਚ ਕੁਝ ਹੈ ਹੀ ਨਹੀਂ ਐਸਾ। ਰਸ ਤੇ ਉਹਦੇ ਵਿੱਚ ਹੈ ਹੀ ਨਹੀਂ। ਰਸ ਬੰਦੇ ਦੇ ਆਪ ਦੇ ਅੰਦਰ ਹੀ ਹੈ, ਰਸ ਚੀਜ਼ਾਂ ਵਿੱਚ ਨਹੀਂ ਹੈ, ਰਸ ਵਸਤੂਆਂ ਵਿੱਚ ਨਹੀਂ ਹੈ। ਹੁਣ ਜਦੋਂ ਕਿਤੇ ਅਸੀਂ ਬਿਮਾਰ ਹੋ ਜਾਂਦੇ ਹਾਂ, ਬੁਖਾਰ ਹੋ ਜਾਂਦਾ ਹੈ ਜਾਂ ਕੋਈ ਹੋਰ ਦਿੱਕਤ ਹੋ ਜਾਂਦੀ ਸਰੀਰ ਵਿੱਚ, ਤਾਂ ਸਾਡੇ ਘਰ ਵਿੱਚ ਬਣੀ ਹੋਈ ਦਾਲ ਸਬਜ਼ੀ ਸਾਨੂੰ ਉਹਦਾ ਟੇਸਟ ਨਹੀਂ ਆਉਂਦਾ। ਨਾਲ ਦੇ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਉਹ ਬੜੇ ਸਵਾਦ ਨਾਲ ਖਾ ਰਹੇ ਨੇ, ਉਹ ਬੜਾ ਮਜ਼ਾ ਲੈ ਕੇ ਖਾਣਾ ਖਾ ਰਹੇ ਨੇ, ਤੇ ਸਾਨੂੰ ਰਸ ਹੀ ਨਹੀਂ ਆ ਰਿਹਾ, ਸਵਾਦ ਹੀ ਨਹੀਂ ਆ ਰਿਹਾ। ਕਿਉਂ? ਅਸਲ ਵਿੱਚ ਰਸ ਉਸ ਚੀਜ਼ ਵਿੱਚ, ਉਸ ਦਾਲ ਸਬਜ਼ੀ ਵਿੱਚ ਤਾਂ ਹੈ ਹੀ ਨਹੀਂ। ਸਵਾਦ ਤੇ ਆਪਣੇ ਅੰਦਰ ਹੈ। ਜਦ ਆਪਣਾ ਅੰਦਰ ਹੀ ਠੀਕ ਨਹੀਂ ਤਾਂ ਬਾਹਰਲੀ ਚੀਜ਼ ਕਿਵੇਂ ਸਵਾਦ ਦੇ ਸਕਦੀ ਹੈ? ਉਹ ਕਿਵੇਂ ਰਸ ਦੇ ਸਕਦੀ? ਜਦ ਆਪ ਬਿਮਾਰ ਹਾਂ, ਤੰਦਰੁਸਤ ਨਹੀਂ ਆ, ਜਿਹੜਾ ਬੰਦਾ ਤੰਦਰੁਸਤ ਹੈ ਉਹ ਰਸ ਲੈ ਰਿਹਾ ਹੈ, ਉਸੇ ਸਬਜ਼ੀ ਵਿੱਚੋਂ, ਉਸੇ ਖਾਣੇ ਵਿੱਚੋਂ ਸਵਾਦ ਲੈ ਰਿਹਾ ਹੈ। ਤੇ ਜਿਹੜਾ ਬਿਮਾਰ ਹੈ ਉਹਨੂੰ ਉਹੀ ਖਾਣਾ ਜਿਹੜਾ ਹੈ ਬੜਾ ਭੈੜਾ ਲੱਗਦਾ ਹੈ। ਇਸ ਲਈ ਰਸ ਚੀਜ਼ਾਂ ਵਿੱਚ ਨਹੀਂ ਹੈ, ਰਸ ਆਪਣੇ ਆਪ ਵਿੱਚ ਹੀ ਹੈ।
रस अपने आप विच है। इसलिए कबीर साहब समझाउंदे ने, कबीर साहब कहंदे वाहिगुरू दे नाम विच रस है, उहदी बंदगी विच रस है। ऐसा स्वाद, ऐसा रस कि बयान नहीं किया जा सकता। इस करके सतगुरु कहंदे जिन्हां ने राम रस पीता उन्हां नूं माया दे रस विसर गए। कबीर साहब कहंदे राम रस पिया रे, जे रस बिसर गए रस और। वाहिगुरू दा नाम रस जिसनूं पी के माया दे रस बिसर गए, माया दे स्वाद, माया दे रस जिहदे सामने फिक्के पै गए, हुण कुछ भी उहदे बराबर नहीं लगदा। सतगुरु कहंदे विखिया रंग कुड़ाविया दिसन सभे शार, कि ये माया दे जिन्ने रंग ने, ये माया दे जिन्ने रंग तमाशे ये फिक्के लगते हैं। हुण इन्हां दे विच कोई दिलचस्पी नहीं, कोई रस नहीं, कि इन्हां विच कुछ भी नहीं है। इसलिए भगत माया वल नूं कदे आकर्षित नहीं हुंदा। उहनूं माया दे मगर दौड़दिआं पागलां वांगू तुसीं कदे नहीं देखोगे। ਉਹ ਅਹੁਦਿਆਂ ਦੇ ਮਗਰ ਨਹੀਂ ਭੱਜਦਾ, ਉਹ ਰੁਤਬਿਆਂ ਨੂੰ, ਚੌਧਰਾਂ ਨੂੰ ਠੋਕਰ ਮਾਰਦਾ ਅਕਸਰ ਦਿਖਾਈ ਦੇਵੇਗਾ, ਅਕਸਰ। ਤੇ ਜੇ ਕਿਸੇ ਅਹੁਦੇ ਦੇ ਉੱਤੇ, ਜੇ ਕਿਸੇ ਚੌਧਰ ਤੇ, ਜੇ ਕਿਸੇ ਰੁਤਬੇ ਤੇ ਬੈਠਾ ਵੀ ਹੋਵੇ ਤਾਂ ਉਹ ਇਸ ਤਰ੍ਹਾਂ ਬੈਠਾ ਹੈ ਕਿ ਜੇ ਛੱਡਣਾ ਵੀ ਪੈ ਜਾਵੇ ਤਾਂ 1 ਸੈਕਿੰਡ ਨਹੀਂ ਲਾਏਗਾ ਉਹ ਛੱਡਣ ਨੂੰ। ਉਹ ਬਹੁਤਾ ਸੋਚਾਂ ਵਿਚਾਰਾਂ ਵਿੱਚ ਨਹੀਂ ਪਵੇਗਾ। इसलिए जे अज दे समय विच कोई बंदा तुहानूं अहुदा छड्डदा होया नज़र आउंदा ना, कि अस्तीफा दे दिंदा कि मैं अस्तीफा दे दिता, वो समझदा कि जिवें कोई बहुत वड्डी उहने गल कर दित्ती होवे। पर चौधर दी भुख ते फिर भी उवें दी उवें ही है। इसलिए बाद विच अपनी वक्री पार्टी बना लैंदा कि भाई मैं इधरों अस्तीफा दे के अपनी पार्टी, क्योंकि चाहीदी तां चौधरी है, चाहीदा ते रुतबा ही है। भगत इहो ਜਿਹੇ रुतबिਆਂ ਨੂੰ ठोकर मार दिंदा जे, ਉਹ ਇੱਕ ਛਿੰਨ ਲਾਉਂਦਾ ਛੱਡ ਕੇ ਪਾਸੇ ਹੋ ਜਾਂਦਾ ਹੈ, ਕਿਉਂਕਿ ਉਹਦਾ ਰਸ ਨਹੀਂ ਹੈ ਇਹਨਾਂ ਵਿੱਚ, ਉਹਦਾ ਰਸ ਵਾਹਿਗੁਰੂ ਦੇ ਵਿੱਚ ਹੈ। ਜਿਹਨੇ ਰਾਮ ਦਾ ਨਾਮ ਚਖਿਆ, ਜਿਹਨੇ ਪਰਮੇਸ਼ਰ ਦੇ ਨਾਮ ਦਾ ਸਵਾਦ ਲਿਆ, ਸਤਿਗੁਰੂ ਕਹਿੰਦੇ ਬਿਸਰ ਗਏ ਉਹਦੇ ਲਈ ਹੋਰ ਰਸ, ਉਹਦੇ ਲਈ ਬਿਸਰ ਗਏ। ਅਸੀਂ ਵਾਹਿਗੁਰੂ ਦੇ ਨਾਮ ਦਾ ਰਸ ਹਾਲੇ ਤੱਕ ਨਹੀਂ ਜਾਣਿਆ ਹੈ। ਹਾਲੇ ਸਾਨੂੰ ਚੀਜ਼ਾਂ ਦੇ ਰਸ ਦਾ ਹੀ ਪਤਾ ਹੈ, ਹਾਲੇ ਸਾਨੂੰ ਪੈਸੇ ਦਾ ਪਤਾ ਹੈ, ਹਾਲੇ ਸਾਨੂੰ ਰੂਪ ਰੰਗ ਦਾ ਹੀ ਪਤਾ ਹੈ, ਹਾਲੇ ਕਾਮ ਕ੍ਰੋਧ ਦਾ ਹੀ ਪਤਾ ਹੈ, ਹਾਲੇ ਅਸੀਂ ਦੂਸਰੇ ਰਸ ਤੇ ਜਾਣੇ ਹੀ ਨਹੀਂ। ਬੰਦਗੀ ਦਾ ਰਸ ਹਾਲੇ ਕਿੱਥੋਂ ਜਾਣਿਆ? ਉਹਦੇ ਕੀਰਤਨ ਦੇ ਵਿੱਚ ਜੋ ਰਸ ਹੈ ਉਹ ਹਾਲੇ ਸਾਨੂੰ ਕਿੱਥੇ ਪਤਾ ਚੱਲਿਆ? ਉਹਦੇ ਧਿਆਨ ਵਿੱਚ ਜੋ ਉਹਦੇ ਪ੍ਰੇਮ ਵਿੱਚ ਆਨੰਦ ਹੈ ਉਹ ਹਾਲੇ ਅਸੀਂ ਕਿੱਥੇ ਦੇਖਿਆ? ਹਾਲੇ ਤੇ ਅਸੀਂ ਧੀਆਂ ਪੁੱਤਾਂ ਦਾ ਹੀ ਦੇਖ ਰਹੇ ਹਾਂ, ਹਾਲੇ ਤੇ ਅਸੀਂ ਕੰਮ ਧੰਦਿਆਂ ਦਾ ਹੀ ਸੁੱਖ ਦੇਖ ਰਹੇ ਹਾਂ ਤੇ ਉਹ ਵੀ ਦਿਖਾਈ ਨਹੀਂ ਦਿੰਦਾ। ਹਾਲੇ ਤੇ ਅਸੀਂ ਰੁਤਬੇ ਦੇਖਦੇ ਫਿਰਦੇ ਹਾਂ, ਅਹੁਦੇ ਲੱਭਦੇ ਫਿਰਦੇ ਹਾਂ, ਚੌਧਰਾਂ ਲੱਭਦੇ ਫਿਰਦੇ ਹਾਂ ਕਿ ਇਹਨਾਂ ਵਿੱਚ ਰਸ ਹੈ, ਇਹਨਾਂ ਵਿੱਚ ਆਨੰਦ ਹੈ। ਆਨੰਦ ਹੈ ਨਹੀਂ, ਪਰ ਸਾਨੂੰ ਲੱਗਦਾ ਕਿਉਂ? ਲੱਗਦਾ ਇਸ ਲਈ ਹੈ ਕਿਉਂਕਿ ਜਿਹੜਾ ਬੰਦਾ ਉੱਚੇ ਅਹੁਦੇ ਤੇ ਬੈਠਾ ਹੈ, ਕੋਈ ਬਹੁਤ ਵੱਡਾ ਮੰਤਰੀ ਸੰਤਰੀ ਹੈ, ਉਹਦੇ ਕੋਲ ਪਾਵਰ ਹੈ, ਉਹ ਜੋ ਹੁਕਮ ਕਰਦਾ ਹੈ ਉਹ ਹੋ ਜਾਂਦਾ ਹੈ, ਜਿਹੋ ਜਿਹਾ ਕਾਨੂੰਨ ਬਣਾਉਂਦਾ ਹੈ ਉਹੋ ਜਿਹਾ ਪਾਸ ਹੋ ਜਾਂਦਾ ਹੈ। ਇਸ ਲਈ ਲੱਗਦਾ ਹੈ ਕਿ ਇਹਦੇ ਵਿੱਚ ਬੜਾ ਸੁੱਖ ਹੋਣਾ ਹੈ, ਕਿ ਇਹਦਾ ਤੇ ਹੁਕਮ ਚੱਲਦਾ ਹੈ, ਸਾਰੀ ਪੁਲਿਸ ਇਹਦਾ ਹੁਕਮ ਮੰਨਦੀ ਹੈ, ਇਸ ਲਈ ਲੱਗਦਾ ਹੈ ਕਿ ਇਹਦੇ ਵਿੱਚ ਬੜਾ ਸੁੱਖ ਹੋਣਾ, ਲੱਗਦਾ ਹੀ ਹੈ। ਪਰ ਤੁਸੀਂ ਕਦੇ ਉਸ ਬੰਦੇ ਦੀ ਹਾਲਤ ਨੂੰ ਵੇਖੋ ਜਰਾ। ਇਸ ਲਈ ਇਹ ਮੰਤਰੀ ਸੰਤਰੀ ਜਿਹੜੇ ਵੱਡੇ ਰੁਤਬਿਆਂ ਤੇ ਬੈਠੇ ਨੇ ਨਾ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਇਹਨਾਂ ਦੀ ਹਾਲਤ ਬਹੁਤ ਬੁਰੀ ਹੈ। ਇਹਨਾਂ ਨੂੰ ਤੇ ਆਰਾਮ ਵੀ ਨਹੀਂ ਕਰਨ ਦਾ ਮੌਕਾ ਮਿਲਦਾ ਹੋਣਾ,
कि भजदे रहिंदे ने, कदे किते कदे किते, कदे किसे जगह रीवन कट्टण जाना है, कदे किसे जगह उद्घाटन करन जाना है, कदे किते जाना है, कदे सारा दिन भजदे रह जांदे ने, सफर विच ही रहिंदे ने, सारी जिंदगी सफर विच ही लंघ जांदी है। सुख कोई नहीं है, आराम कोई नहीं है। इसलिए जो दिखाई दिंदा है ना कि इन्हां चीज़ां विच सुख बहुत है, इन्हां चीज़ां विच आनंद बहुत है, वो है नहीं, रस है नहीं। पर साडे मन नूं लगदा है कि बड़ा रस होवेगा, कि बड़ा पैसा बंदे दे कोल, जे मेरे कोल होवे ते मैं भी सुख माणांगा, मेरे कोल होवे ये पदार्थ तो मैं भी सुख भोगांगा, जिहो जी कार दूसरे दे कोल है इहो जी मेरे कोल होवे ते मैं भी आनंद माणा। पर ऐसा है नहीं। सतगुरु कहंदे ये बंदे दी रसना, ये बंदे दा मन हाले होर रसां विच, हाले होर पदार्थां विच लगा होया। सतगुरु कहंदे ये रसना तू अनरस राच रही, तू होर होर रसां दे विच लगी होई है। उधर लगे होने के बावजूद, सब रस भोगण के बावजूद भी तेरी प्यास ना जाए, फिर भी तेरी प्यास नहीं जाती, फिर भी तेनू रस नहीं आता, स्वाद नहीं आता, फिर भी होर होर मंगदी फिरदी कि होर मिल जाए, होर मिल जाए। सतगुरु कहते प्यास ना जाए होरत कितै, होरत किसी भी तरीके नाल ये प्यास नहीं जाती। जिचर हर रस पल्ले ना पाए, जद तक वाहिगुरू दा नाम रस पल्ले नहीं पैंदा, जदों तक वाहिगुरू दा प्रेम रस, उहदे नाम दा रस नहीं मिलता, उदों तक नहीं। इसलिए कबीर साहब कहते जिन्हां ने नाम रस पीता उन्हां दे होर सारे माया वालों जिहड़े रस ने वो विसर गए। राम रस पिया रे जिह रस विसर गए रस, और जिहदे नाल होर माया दे सब रस विसर गए, होर दुनियावी सब रस विसर गए जिन्हां ने राम रस पीता। सतगुरु कहंदे बंदे दे अंदर इन्ने रस ने कि मिठे दा रस, खट्टे दा रस, पैसे दा रस, रूप दा रस, धन दा रस, इन्ने रस सतगुरु कहंदे बंदे दे शरीर अंदर ने। कै घट नाम निवास, वाहिगुरू दे नाम दा कित्थे निवास होवे, इते रस शरीर के। सतगुरु कहंदे इन्ने रस ने शरीर दे, शरीर लगा होया रस चीज़ां दे रस लैण विच, ते वाहिगुरू दे नाम दा रस कित्थे वसे, परमेश्वर दे नाम दा स्वाद कित्थे आवे। ये तो होर होर चीज़ां दे विच उलझिया होया लगा होया। सतगुरु कहंदे ओहदे वाले पासे एक बारी जुड़ते सही, रूप विचों दिलचस्पी अपने आप मिट जाएगी। जदों किसी चीज़ की व्यर्थता का पता लग जाए कि ये चीज़ व्यर्थ है, तो उहदे वल नूं कदे बंदा आकर्षित नहीं हुंदा, कदे उहदे वल नूं दौड़दा नहीं। जदों पता लग गया कि ये चीज़ ठीक नहीं है, जदों पता लग गया कि ये चीज़ बेकार है, व्यर्थ है, जदों ही किसी चीज़ की व्यर्थता का पता लगता है, बंदा उसनूं अपने आप छड्ड जांदा है। अपने आप छड्ड नहीं जाता, इंज कह लो कि अपने आप छुट जाती। जदों पता चल गया कि ये चीज़ बेकार है, इहदे विच रस नहीं, जदों पता चल गया कि रूप दे विच कुछ नहीं है, ये रूप एक दिन कुरूप विच बदल ही जाता है, ये सुख एक दिन दुख विच बदल ही जाता है। अज जो जन्म होया कल नूं इसने मौत विच बदल ही जाना है। जो भी है उसने अपना रूप बदलाना ही है, इन्हें बदलना ही बदलना है। अमीरी ने गरीबी विच बदलना ही बदलना है, अज नहीं तो कल, हमेशा नहीं रहने वाली है। इस करके राजे ने भिखारी बनना ही है, रात ने दिन विच ते दिन ने रात विच बदलना ही बदलना है, उन्हें रोक नहीं सकता कोई। इस करके जिन्हां ने व्यर्थता नूं जान लिया कि इहदे विच कुछ नहीं है, ये व्यर्थ है, इहदे विच कोई सुख कोई आनंद नहीं, सतगुरु कहंदे ओह वाहिगुरू दे नाम रस नूं हासिल करन वाले पासे तुरदा है।
ਵਾਹਿਗੁਰੂ ਦਾ ਨਾਮ ਰਸ ਉਸੇ ਨੂੰ ਹਾਸਲ ਹੁੰਦਾ ਤੇ ਫਿਰ ਮਾਇਆ ਦੇ ਰਸ ਵਿਸਰ ਗਏ। ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਸ ਔਰ, ਜਿਹਦੇ ਨਾਲ ਉਹ ਸਾਰੇ ਮਾਇਆ ਦੇ ਰਸ ਵਿਸਰ ਜਾਂਦੇ। ਸਤਿਗੁਰੂ ਕਹਿੰਦੇ ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ। ਪ੍ਰਮਾਤਮਾ ਦੇ ਪਿਆਰਿਆਂ ਨੂੰ, ਭਗਤਾਂ ਨੂੰ ਵਾਹਿਗੁਰੂ ਤੋਂ ਬਿਨਾਂ ਕੁਝ ਮਿੱਠਾ ਲੱਗਦਾ ਹੀ ਨਹੀਂ। ਸਤਿਗੁਰੂ ਕਹਿੰਦੇ ਆਨ ਸਵਾਦ ਸਭ ਦੇਖਿਆ, ਸਾਰਿਆਂ ਦਾ ਨਿਰਣਾ ਕਰਕੇ ਦੇਖ ਲਿਆ। ਕਰ ਨਿਰਣੋ ਡੀਠਾ, ਕਰ ਨਿਰਣਾ ਕਰਕੇ ਦੇਖ ਲਿਆ, ਵਿਚਾਰ ਕੇ ਦੇਖ ਲਿਆ ਕਿ ਇਹ ਸਭ ਫਿੱਕੇ ਨੇ, ਇਹ ਸਭ ਵਿਅਰਥ ਨੇ। ਇਸ ਲਈ ਮਿੱਠਾ ਸਿਰਫ ਵਾਹਿਗੁਰੂ ਦਾ ਨਾਮ, ਉਹਦੀ ਬੰਦਗੀ, ਉਹਦਾ ਸਿਮਰਨ। ਇਸ ਕਰਕੇ ਸਤਿਗੁਰੂ ਸਮਝਾਉਂਦੇ ਕਿ ਇਸ ਮਾਇਆ ਦੇ ਰਸਾਂ ਵਿੱਚੋਂ ਨਿਕਲ। ਸਤਿਗੁਰੂ ਕਹਿੰਦੇ ਇਹ ਚੇਤੇ ਰੱਖੀ ਹੈ ਮਨ, ਤੇਰਾ ਇੱਥੇ ਕੋਈ ਨਹੀਂ ਹੈ। ਰੇ ਮਨ ਤੇਰੋ ਕੋਈ ਨਹੀਂ। ਹੇ ਮਨ ਤੇਰਾ ਇੱਥੇ ਕੋਈ ਨਹੀਂ ਹੈ, ਜਿਨ੍ਹਾਂ ਨੂੰ ਤੂੰ ਆਪਣਾ ਸਮਝ ਕੇ ਬੈਠਾ ਹੈ। ਖਿੰਚ ਲੈ ਜਿਨ ਭਾਰ, ਕਿ ਜਿਹੜਾ ਤੇਰੇ ਭਾਰ ਨੂੰ ਚੁੱਕ ਲਵੇ। ਕੋਈ ਹੈ ਐਸਾ ਜਿਹੜਾ ਸਾਡਾ ਭਾਰ ਚੁੱਕ ਲੈ? ਇਹ ਭਾਰ ਇਹ ਨਹੀਂ ਹੈ ਕਿ ਤੁਹਾਡੇ ਕੋਲ ਆਪਣਾ ਕੋਈ ਬੈਗ ਹੈ ਤੇ ਤੁਸੀਂ ਆਪਣੇ ਭੈਣ ਭਾਈ ਨੂੰ ਫੜਾ ਦਿਓ ਕਿ ਆਹ ਜਰਾ ਸਾਂਭ ਲਈ। ਇਹ ਉਸ ਭਾਰ ਦੀ ਗੱਲ ਨਹੀਂ ਹੈ। ਇੱਥੇ ਭਾਰ ਜਿਹੜਾ ਅਸੀਂ ਆਪਣੇ ਚੰਗੇ ਜਾਂ ਮੰਦੇ ਕਰਮ ਕੀਤੇ ਨੇ, ਉਹ ਇਹ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਅਸੀਂ। ਕਿ ਮੈਂ ਆਪਣੇ ਕੀਤੇ ਹੋਏ ਕਰਮਾਂ ਦਾ ਭਾਰ ਉਹ ਮੈਂ ਆਪਣੀ ਘਰਵਾਲੀ ਦੇ ਸਿਰ ਚੁਕਾ ਦਿਆਂ ਕਿ ਮੈਂ ਥੋੜੀ ਦੇਰ ਥੱਕ ਗਿਆ ਤੇ ਥੋੜੀ ਦੇਰ ਤੂੰ ਸਾਂਭ ਲੈ। ਐਸਾ ਨਹੀਂ ਹੋ ਸਕਦਾ ਇੱਥੇ, ਐਸਾ ਨਹੀਂ। ਸਤਿਗੁਰੂ ਕਹਿੰਦੇ ਐਸਾ ਇੱਥੇ ਹੋਵੇਗਾ ਹੀ ਨਹੀਂ, ਐਸੀ ਘਟਨਾ ਇੱਥੇ ਵਾਪਰੇਗੀ ਨਹੀਂ। ਇੱਥੇ ਆਪਣਾ ਕੀਤਾ ਆਪ ਹੀ ਪਾਉਣਾ ਪੈਣਾ ਹੈ, ਇੱਥੇ ਆਪ ਹੀ ਭੋਗਣਾ ਪੈਣਾ ਹੈ, ਆਪਣੇ ਸਿਰ ਹੀ ਚੁੱਕਣਾ ਪੈਣਾ ਹੈ, ਦੂਸਰਾ ਨਹੀਂ ਚੁੱਕੇਗਾ। ਬੇਸ਼ੱਕ ਅਸੀਂ ਇਹ ਲੱਖ ਵਾਰੀ ਕਹੀਏ ਕਿ ਮੈਂ ਆਪਣੇ ਧੀਆਂ ਪੁੱਤਾਂ ਦੀ ਖਾਤਰ ਬੇਈਮਾਨੀ ਕੀਤੀ, ਜੋ ਕਿ ਅਕਸਰ ਲੋਕ ਕਹਿੰਦੇ ਨੇ ਕਿ ਕੀ ਕਰੀਏ ਜੀ, ਧੀਆਂ ਪੁੱਤਾਂ ਦੀ ਖਾਤਰ ਕਰਨਾ ਪੈਂਦਾ। ਅਕਸਰ ਲੋਕ ਤੁਹਾਨੂੰ ਇਹ ਕਹਿੰਦੇ ਮਿਲਣਗੇ ਕਿ ਮੈਂ ਬੇਈਮਾਨੀ ਕਰਨਾ ਨਹੀਂ ਚਾਹੁੰਦਾ, ਮੈਂ ਰਿਸ਼ਵਤਖੋਰੀ ਕਰਨਾ ਨਹੀਂ ਚਾਹੁੰਦਾ, ਪਰ ਕੀ ਕਰੀਏ, ਪਰਿਵਾਰ ਦੀ ਖਾਤਰ ਕਰਨਾ ਪੈਂਦਾ। ਲੋੜਾਂ ਨਹੀਂ ਪੂਰੀਆਂ ਹੁੰਦੀਆਂ, ਜ਼ਰੂਰਤਾਂ ਨਹੀਂ, ਇਸ ਕਰਕੇ ਕਰਦੇ ਆ ਜੀ। ਪਰ ਉਸ ਕੀਤੇ ਦੀ ਸਜ਼ਾ ਇਕੱਲੇ ਨੂੰ ਭੁਗਤਣੀ ਪੈਂਦੀ ਹੈ। ਜੋ ਬੇਈਮਾਨੀ ਕੀਤੀ, ਜੋ ਕੁਕਰਮ ਕੀਤੇ ਨੇ ਚੰਗੇ ਜਾਂ ਮੰਦੇ, ਉਹਦਾ ਭੁਗਤਣਾ ਖੁਦ ਨੂੰ ਹੀ ਪੈਂਦਾ ਹੈ। ਉਹਦੇ ਵਿੱਚ ਪਤਨੀ ਹਿੱਸੇਦਾਰ ਨਹੀਂ ਹੁੰਦੀ, ਉਹਦੇ ਵਿੱਚ ਬੱਚੇ ਹਿੱਸੇਦਾਰ ਨਹੀਂ ਹੁੰਦੇ। ਖਾਣ ਪੀਣ ਵਿੱਚ ਸਭ ਹਿੱਸੇਦਾਰ ਬਣ ਜਾਂਦੇ ਨੇ, ਖਾਣ ਪੀਣ ਵਿੱਚ, ਪਰ ਉਹਦੀ ਸਜ਼ਾ ਭੋਗਣ ਵਿੱਚ ਕੋਈ ਹਿੱਸੇਦਾਰ ਨਹੀਂ ਬਣਦਾ। ਸਜ਼ਾ ਇੱਕ ਨੂੰ ਹੀ ਮਿਲਦੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਭਾਈ ਸਿੰਘਾਂ ਉੱਪਰ। ਗੁਰੂ ਸਾਹਿਬ ਨੂੰ ਉਹ ਇੱਕ ਦਿਨ ਮਿਲਿਆ, ਉਦੋਂ ਉਹ ਗੁਰੂ ਦਾ ਸਿੱਖ ਨਹੀਂ ਸੀ ਬਣਿਆ ਹਾਲੇ। ਇੱਕ ਦਿਨ ਉਹ ਗੁਰੂ ਸਾਹਿਬ ਨੂੰ ਟੱਕਰ ਗਿਆ ਰਸਤੇ ਵਿੱਚ, ਤੇ ਜਦੋਂ ਉਹ ਆ ਰਿਹਾ ਸੀ ਤੇ ਉਹਦੇ ਕੋਲ ਬਹੁਤ ਸਾਰੇ ਬੱਕਰੇ ਸਨ, ਕੋਈ 5-10 ਬੱਕਰੇ। ਉਹਨਾਂ ਨੂੰ ਲੈ ਕੇ ਆਪਣੇ ਘਰ ਨੂੰ ਜਾ ਰਿਹਾ ਹੈ। ਗੁਰੂ ਸਾਹਿਬ ਨੇ ਉਸ ਨੂੰ ਦੇਖ ਕੇ ਪੁੱਛਿਆ ਕਿ ਭਾਈ ਕੀ ਤੂੰ ਇਹਨਾਂ ਨੂੰ ਵੇਚਦਾ ਹੈ? ਉਹਨੇ ਕਿਹਾ ਜੀ ਨਹੀਂ, ਮੈਂ ਇਹਨਾਂ ਨੂੰ ਵੇਚਣ ਲਈ ਨਹੀਂ ਲੈ ਕੇ ਆਇਆ। ਫਿਰ ਸਤਿਗੁਰੂ ਕਹਿੰਦੇ ਕਿਸ ਅਰਥ ਦੀ ਖਾਤਰ ਤੂੰ ਇਹਨਾਂ ਨੂੰ, ਕਿ ਤੂੰ ਪਾਲਦਾ ਇਹਨਾਂ ਨੂੰ? ਉਹ ਕਹਿੰਦਾ ਜੀ ਨਹੀਂ, ਮੈਂ ਇਹਨਾਂ ਨੂੰ ਪਾਲਦਾ ਵੀ ਨਹੀਂ। ਸਤਿਗੁਰੂ ਕਹਿੰਦੇ ਫਿਰ ਕਿਸ ਕਾਰਜ ਲਈ ਲੈ ਕੇ ਆਇਆ? ਕਹਿੰਦਾ ਮੈਂ ਇਹਨਾਂ ਨੂੰ ਖਰੀਦ ਕੇ ਲੈ ਕੇ ਆਇਆ। ਸਤਿਗੁਰੂ ਕਹਿੰਦੇ ਕਿਉਂ? ਉਹ ਕਹਿੰਦਾ ਜੀ ਮੇਰੇ ਬੱਚੇ ਦਾ, ਮੇਰੇ ਪੁੱਤਰ ਦਾ ਮੁੰਡਨ ਹੈ, ਤੇ ਮੁੰਡਨ ਹੈ, ਖੁਸ਼ੀ ਦਾ ਮੌਕਾ ਹੈ, ਤਾਂ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਇਕੱਠੇ ਹੋਣਗੇ ਤੇ ਇਹਨਾਂ ਨੂੰ ਮਾਰ ਕੇ ਵੱਢ ਕੇ ਬਣਾਵਾਂਗੇ ਤੇ ਸਾਰੇ ਖਾਣਗੇ, ਬੜਾ ਆਨੰਦ ਹੋਵੇਗਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਅੱਛਾ, ਕਿ ਐਸੀ ਗੱਲ ਹੈ?
सतगुरु कहते फिर तो सारे रिश्तेदार सके संबंधी तुहाडे बड़े खुश होणगे जदों उन्हां नूं इस तरह का खाना मिलेगा। उन्हें कहा जी हाँ क्यों नहीं होणगे, कि इहो ਜਿਹੇ मौकों ते खाण पीना ही तो हुंदा, होर की हुंदा। ब्याह शादियां जां किहो भी खुशी का फंक्शन होवे ते खाण पीण तो इलावा होर कोई गल थोड़ी ना हुंदी, खाण पीण दी गल हुंदी है कि सब तो पहला कि खाने विच की होवेगा यही हुंदा डिसाइड, होर की, क्योंकि खाण पीण तो बिना होर असीं कुछ समझदे भी नहीं हाँ। गुरु साहब ने कहा भाई इस गल नूं चंगी तरह समझ लै कि लैके ते तू चलिया इन्हां नूं, खाणगे सब, भोगणगे सब, पर सज़ा सिर्फ तैनूं कल्ले नूं भोगणी पैणी। सतगुरु कहंदे जदों कोई सुख हुंदा है, कोई ऐसा हुंदा है, तां लोग जिस बंदे ने पाप कीता है उस पाप की कमाई खांदे बहुत सारे लोग ने, पर भोगदा सिर्फ उही है जिन्हें पाप किया होवे, बाकी नहीं भोगदे। बाकी तो खा के आपो अपने घरां नूं चले जाणगे, पर भोगना तैनूं पवेगा। जिवें बिल ते एक बंदे नूं भरना हुंदा है ना, कि ब्याह ते खाण पीण वाले तो बहुत सारे ने, पर उस जिहड़ा खर्चा आया वह खर्चा तो एक बंदे ने भोगना, उन्हें ही देना ना। ये तो है नहीं कि सारे दे के जाणगे कि भाई आ साडे हिस्से का खर्चा ले लो, ऐसा तो हुंदा नहीं ना। सतगुरु कहंदे खर्चा तो एक बंदे का ही है, इसलिए पाप तू कीता है, खा पी सारे गए ने, सजा ते तू ही भोगेगा। तू इन्हां निर्जीवां नूं, इन्हां जीवां नूं मार के जो एक कुकर्म कमाएगा उहदी सजा तैनूं कल्ले नूं भोगणी पैणी है। इसलिए इस भार नूं तेरे नाल किसी ने वंडाउणा नहीं कि भाई लिया थोड़ा जिहा सानूं दे दे असीं तेरा भार वंडा लैंदे आ, थोड़ा जिहा सानूं दे दे। किसी ने नहीं तेरे सिर तो भार आके चुकना, वो तेनों कल्ले नूं ही भोगना पैना ते अपने कीते हुए माड़े कर्मां दा भार उही तेनों दबा के मार देवे। इसलिए सतगुरु कहंदे रे मन तेरो कोई नहीं, हे मन तेरा कोई नहीं है, खिंच ले जिन भार। जिहड़ा तेरे भार नूं खिंच लवे तेनों हल्का कर देवे, जिहड़ा तेनों हल्का कर दे। ये मार्ग ऐसा है, सतगुरु कहंदे एक ते है पहाड़ी रस्ता, दूसरा सिर दे उत्ते लद्या होया भार ते डर है, ते एक पासे वगदी है नदी, खड्ड है, नदियां ने खड्डां ने, जरा जा पैर खिसकिया नहीं ते डुब गए, जानो गए। सतगुरु कहंदे ते तीसरी गल बंदा है अन्ना। हुण एक ज्ञान नहीं है, अन्ना है, ज्ञान दे नेत्र नहीं। दूसरा पहाड़ी मार्ग है, औखियां घाटियां ने। तीसरा लागे खड्डां ने, ते सतगुरु कहंदे सिर दे उत्ते लद्या होया भार। अखीं लोड़ी ना चढ़ा ना लहा, हों चढ़ लंघा कित। सतगुरु कहंदे अखां है नहीं, किवें लंघ के पार हो जावां। भार लद्या होया सिर ते पापां दा। इसलिए सतगुरु कहंदे चाकरियां चंगियाइयां अवर सियाणप कित। आ चाकरियां चंगियाइयां इत्थे नहीं काम आउंदियां, इत्थे नहीं छड्डदियां, इन्हां तो छुटकारा नहीं हुंदा इन्हां दे नाल। इस करके सतगुरु कहंदे भाई इस गल नूं अपने हिरदे विच चंगी तरह वसा लै। बिरख बसेरो पंख को तैसो ए संसार। जिवें बिरख बसेरो, बिरख उत्ते किसी दरखत दे उत्ते पंछियां दा बसेरा है, उन्हां दा बसना है। इस संसार दे विच बसना इसे तरह है। जिवें पंछी एक जगह वो आलना बनाउंदे ने, कुछ देर रुकदे ने, उड़ जांदे ने, बस ऐसा ही इस संसार दे विच है। इस संसार रूपी रुख दे उत्ते, दरखत दे उत्ते असीं कुछ देर बहिंदे आ, कुछ देर रुकदे आ ते फिर उडारी मार जांदे आ। इथों सब ने उडारी मार जानी है, किसी ने अज ते किसी ने कल। इस करके सतगुरु कहंदे इस गल नूं अपने हिरदे विच चंगी तरह समान वसा लै, चंगी तरह अपने अंदर धारण कर लै कि वाहिगुरू दे नाम रस तो बिना बाकी सब बेकार है। राम रस पिया रे जिह रस बिसर गए रस और। जिस रस नूं पीण नाल बाकी सब रस बिसर जांदे ने, भुल जांदे ने। जिन्हों वाहिगुरू दे नाम दा धन मिल गया उस नूं
होर धनां वल्लों दी दिलचस्पी मिट जाती। जिन्हों उहदे नाम का स्वाद मिल गया उसनूं होर स्वादां वल्लों उहदी रुचि मिट गई। इस करके सतगुरु कहते होर रस बिसर गए जिन्हों वाहिगुरू के नाम का रस मिलिया रहाओ। और मुए क्या रोई है जो आपा थिर ना रहाए। सतगुरु कहते जदों कोई होर बंदा मरदा है तो बंदा उहदे मरण ते रोंदा है, रुदन करदा है, रोंदा है, दुखी हुंदा है। सतगुरु कहते बंदा तां रोवे जे इसने आप हमेशा रहना होवे। आप भी तो मरना ही है। और मुए क्या रोई है। सतगुरु कहते किसी होर दे मरण ते तू की रोना है। जो आपा थिर ना रहा है, जद आपा नहीं इत्थे रहना हमेशा, किसी ने भी इत्थे हमेशा नहीं रहना। कबीर साहब का एक होर बड़ा प्यारा वचन है। कबीर साहब कहते अवर मुए क्या सोग करीजा, कि दूसरे दे मरण उत्ते तू की सोग करदा तो कीजै जो आपन जीजै। तू तां सोग कर जे तू आप जिउणा, जे तू आप जिउणा। जे तू ये सोचदा है कि दूसरा मर गया तो मैं इकल्ला रह गया, सतगुरु कहते रहना तो तू भी नहीं। लोग चाहते यही ने, जरा सोचना उस गल नूं कि लोग कहते हैं कि जी मौत ना होवे, अमर हो जाइए, कोई संजीवनी मिल जाए, कोई अमर फल मिल जाए, कोई अमृत मिल जाए, जिन्हों पी के जिन्हों खा के अमर हो जाइए, मौत आवे ना कदे। जरा कल्पना करके वेखो उस बंदे दे संबंध विच कि जिस बंदे नूं मौत ही ना आवे, उहदे नाल दे साथी भैन भाई माँ बाप बच्चे सब वारी वारी चले जाण तो इकल्ला बैठा होवे। हौली हौली उहदे आंढ गुआंढ उहदे पिंड दे सारे तुर जाण ते वो कई सौ सालों तक दूसरिਆਂ ਨੂੰ मरदा देखदा रहे ते आप जिउंदा। वो बंदा तुरदी फिरदी लाश तो बिना होर कुछ नहीं होएगा। वो एक जिंदा लाश बन जाएगा क्योंकि ਉਹਦਾ कोई रहा ही नहीं इत्थे, वो सब चले गए इथों। लोग चाहते हैं कि अमर हो जाइए, पर अमर होके आही कुछ मिलना, सुख नहीं जे हासिल होने वाला। सतगुरु कहते तू तां सोग कर कि तू जिउंदा रह जाना है ते बाकी मरे जा रहे ने। सतगुरु कहते मरना तो तू भी है, जे दूसरा नहीं रहा तो रहना तू भी नहीं। इसलिए इस करके सोग कर कि मैं रवांगा ते मेरे नाल दा नहीं रहेगा, ये चला गया दुनिया तो। सतगुरु कहते रहना तू भी नहीं। इसलिए अवर और मुए कि क्या रोई है जो आपा थिर ना रहा है, जो उपजे सो बिनस है। जो उपजया है उन्हें बिनसना ही बिनसना है, उन्हें खत्म होना ही है जो जन्मया है। जो उपजे सो बिनस है, दुख कर रोवे बुलाए। सतगुरु कहते बंदा दुख करके रोंदा है, दुखी हुंदा है, वो तड़फदा है, रोंदा है कि चला गया कोई मेरा अपना इस दुनिया तो। बस इसे दुख दे विच वो अपना जीवन जिउंदा रहिंदा है। ते फिर ये भी नहीं कि हमेशा दुखी रहिंदा, वो इस घटना नूं जिन्नी छेती होवे भुलाउण दी कोशिश करदा कि भुल जाइए, भुल जाइए, जल्दी तो जल्दी भुल जाइए, उसनूं भुला देना चाहुंदा है। सतगुरु कहंदे भाई जहाँ की उपजी तां रची पीवत मर्दन लाग, कि ये जिथों असीं उपजे हाँ, साडी जिंद जिथों उपजी है ये उत्थे ही रचदी है। क्योंकि जिहड़ी चीज़ जिथों पैदा हुई है वो उत्थे ही मिलती है जाके। किसी होर थां उहनूं मिलाउण दी कोशिश करोगे तो किवें मिलेगी। ऐसा ही हुंदा है ना कि जिवें बिजली दीयां तारां भी ने दो, नैगेटिव पॉजिटिव, वो नैगेटिव पॉजिटिव दे नाल ही जुड़नगियां, उन्हां दोनों नूं मिला दोगे तो शॉर्ट सर्किट हो जाएगा। जिहड़ी चीज़ जिथों दी है उहदा संबंध उहदे नाल ही जुड़ना है। पानी दे विच पानी रलना है, पानी विच कोई होर चीज़ मिलाओगे तो पानी भी दा पानी नहीं रहेगा, वो चीज़ वो नहीं रहेगी। दुध विच पानी मिलाओगे, पानी दुध नहीं रहेगा तो दुध पानी नहीं रहेगा। दोनों दे विच ऐसा ही हो ना, दोनों मिल गए, ना दुध शुद्ध बचा ना पानी शुद्ध बचा, दोनों विच मिलावट होगी। इसलिए जिहड़ी चीज़ है उहदे विच ओही चीज़ मिलेगी, दूसरी चीज़ मिलाओगे तो दोनों ही अशुद्ध हो जाणगियां। सतगुरु कहंदे जिथों ये प्रीत उपजदी है, जिथों असीं जन्मदे हाँ उहदे विच ही मिलांगे तो सुखी होवांगे। असीं माया विच मिलदे हां, सुखी नहीं हो पांदे।
ਚੀਜ਼ਾਂ ਵਿੱਚ ਮਿਲਦੇ ਆ ਤਾਂ ਵੀ ਸੁਖੀ ਨਹੀਂ ਹੋ ਪਾਉਂਦੇ ਜਦ ਤੱਕ ਉਸ ਵਾਹਿਗੁਰੂ ਨਾਲ ਨਹੀਂ ਮਿਲਦੇ। ਸਤਿਗੁਰੂ ਕਹਿੰਦੇ ਪੀਵਤ ਮਰਦਨ ਲਾਗ, ਮਰਦਨ ਲਾਗ ਮਰਦਾਂ ਵਾਲੀ ਲਾਗ, ਮਰਦਾਂ ਵਾਲੀ ਲਾਗ, ਕਿ ਰੱਬ ਦੇ ਪਿਆਰਿਆਂ ਵਾਲੀ ਲਾਗ ਲੱਗੇ, ਰੱਬ ਦੇ ਪਿਆਰਿਆਂ ਵਾਲੀ ਪ੍ਰੀਤ ਲੱਗੇ, ਕਿ ਐਸੀ ਲਾਗ ਕਿ ਮਰਦਾਂ ਵਾਲੀ ਘਾਲ, ਜਿਹੜੇ ਸੂਰਮੇ ਘਾਲਦੇ ਨੇ, ਕਿ ਵਾਹਿਗੁਰੂ ਦੀ ਬੰਦਗੀ ਦੀ ਇਹ ਲਾਗ ਜਦੋਂ ਲੱਗੇਗੀ, ਉਹਦੀ ਲਗਨ ਜਦੋਂ ਲੱਗੇਗੀ, ਕਹਿ ਕਬੀਰ ਚਿੱਤ ਚੇਤਿਆ ਰਾਮ ਸਿਮਰ ਬੈਰਾਗ। ਕਬੀਰ ਸਾਹਿਬ ਕਹਿੰਦੇ ਚਿੱਤ ਵਿੱਚ ਉਸ ਪ੍ਰਮਾਤਮਾ ਨੂੰ ਚੇਤ, ਉਹਨੂੰ ਸਿਮਰ। ਜਦੋਂ ਚਿੱਤ ਵਿੱਚ ਉਹਨੂੰ ਚੇਤਿਆ, ਰਾਮ ਸਿਮਰ ਬੈਰਾਗ, ਪ੍ਰਮਾਤਮਾ ਨੂੰ ਸਿਮਰ ਕੇ, ਰਾਮ ਨੂੰ ਸਿਮਰ ਕੇ ਮਨ ਅੰਦਰ ਬੈਰਾਗ ਉੱਠਿਆ ਮਾਇਆ ਦਾ। ਜਿਵੇਂ ਜਿਵੇਂ ਉਹਨੂੰ ਸਿਮਰਦੇ ਜਾਂਦੇ ਆ, ਜਿਵੇਂ ਜਿਵੇਂ ਉਹਨੂੰ ਧਿਆਉਂਦੇ ਜਾਂਦੇ ਆ, ਮਾਇਆ ਵੱਲੋਂ ਬੈਰਾਗੀ ਹੁੰਦੇ ਜਾਂਦੇ ਆ। ਬੈਰਾਗ, ਰਾਗ ਮਤਲਬ ਮੋਹ ਪ੍ਰੇਮ, ਤੇ ਬੈਰਾਗ ਪ੍ਰੇਮ ਰਹਿਤ, ਰਾਗ ਰਹਿਤ। ਜਿਵੇਂ ਜਿਵੇਂ ਵਾਹਿਗੁਰੂ ਨੂੰ ਸਿਮਰਦੇ ਆ, ਮਾਇਆ ਵੱਲੋਂ ਰਾਗ ਰਹਿਤ ਹੁੰਦੇ ਜਾਂਦੇ ਆ, ਮਾਇਆ ਵੱਲੋਂ ਮੁਕਤ ਹੁੰਦੇ ਜਾਂਦੇ ਆ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ, ਉਹਨੂੰ ਸਿਮਰ ਕੇ ਇਸ ਮਾਇਆ ਦੇ ਬੰਧਨ ਤੋਂ ਮੁਕਤ ਹੋ ਜਾਈਏ ਤੇ ਰਾਮ ਦਾ ਰਸ, ਵਾਹਿਗੁਰੂ ਦੇ ਨਾਮ ਦਾ ਰਸ ਮਿਲੇ, ਜਿਸ ਰਸ ਨੂੰ ਪੀਤਿਆਂ ਦੁਨਿਆਵੀ ਰਸ ਵਿਸਰ ਜਾਂਦੇ ਨੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।